ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਗੁਰੂ ਪਿਆਰਿਓ ਸਾਹਿਬ ਚੜ੍ਹਦੀ ਕਲਾ ਜੀ। ਇਹ ਅੱਜ ਇਹ ਵੀਡੀਓ ਆ ਰਹੀ ਹੈ ਜੀ ਸ੍ਰੀ ਹਰਿਮੰਦਰ ਸਾਹਿਬ ਆਪਾਂ ਆਏ ਹਾਂ ਤੇ ਟਾਈਮ ਹੈਗਾ ਜੀ 3:30 ਦਾ। ਤੇ ਆਪ ਜੀ ਨੂੰ ਅੱਜ ਪਾਲਕੀ ਸਾਹਿਬ ਦੇ ਦਰਸ਼ਨ ਕਰਾਵਾਂਗੇ ਸਵੇਰ ਤੋਂ ਲੈ ਕੇ ਸ਼ਾਮ ਸੁੱਖਾਸਨ ਤੱਕ। ਤਾਂ ਵੀਡੀਓ ਨੂੰ ਜ਼ਰੂਰ ਅੱਗੇ ਸ਼ੇਅਰ ਕਰਦੇ ਰਹੋ ਤੇ ਲਾਈਕ ਕਮੈਂਟ ਕਰ ਦਿਓ। ਤੇ ਜਿਨ੍ਹਾਂ ਸੰਗਤਾਂ ਨੇ ਨਹੀਂ ਦਰਸ਼ਨ ਕੀਤੇ, ਅੰਮ੍ਰਿਤ ਵੇਲੇ ਤੇ ਪ੍ਰਕਾਸ਼ ਤੋਂ ਲੈ ਕੇ ਸ਼ਾਮ ਸੋਦਾ ਤੋਂ ਬਾਅਦ ਆਰਤੀ ਚੌਂਕੀ ਤੋਂ ਬਾਅਦ ਜਿਹੜੀ ਸੁੱਖਾਸਨ ਦੀ ਸੇਵਾ ਹੁੰਦੀ ਆ, ਇਸ ਵੀਡੀਓ ਦੇ ਰਾਹੀਂ ਅੱਜ ਸਾਰਾ ਆਪਾਂ ਆਪ ਜੀ ਨੂੰ ਦਰਸ਼ਨ ਕਰਾਵਾਂਗੇ। ਤਾਂ ਬਣੇ ਰਹੋ ਇਸ ਵੀਡੀਓ ਦੇ ਨਾਲ, ਵੀਡੀਓ ਨੂੰ ਪੂਰਾ ਦੇਖੋ ਤੇ ਅੱਗੇ ਸ਼ੇਅਰ ਕਰਿਓ ਜੀ। ਹਾਂਜੀ ਸੰਗਤ ਜੀ, ਪਹੁੰਚ ਚੁੱਕੇ ਹਾਂ ਸ੍ਰੀ ਦਰਬਾਰ ਸਾਹਿਬ ਜੀ ਵਿਖੇ। ਸਭ ਤੋਂ ਪਹਿਲਾਂ ਤਾਂ ਜੀ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਅੱਜ ਇਸ ਵੀਡੀਓ ਦੇ ਰਾਹੀਂ ਆਪ ਜੀ ਦੇ ਨਾਲ ਅਸੀਂ ਸ੍ਰੀ ਦਰਬਾਰ ਸਾਹਿਬ ਜੀ ਅੰਦਰ ਪ੍ਰਕਾਸ਼ ਤੋਂ ਲੈ ਕੇ ਸੁੱਖ ਆਸਨ ਦੀ ਸੇਵਾ ਤੱਕ ਸਾਰੀ ਵੀਡੀਓ ਸਾਂਝੀ ਕਰਾਂਗੇ ਜੀ। ਹੁਣ ਅੰਮ੍ਰਿਤ ਵੇਲੇ ਦਾ ਸਮਾਂ ਹੈ। ਆਪ ਜੀ ਨੂੰ ਹੁਣ ਦਰਸ਼ਨ ਕਰਵਾਵਾਂਗੇ ਜੀ, ਜਿੱਥੇ ਪਾਲਕੀ ਸਾਹਿਬ ਜੀ ਨੂੰ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਪ੍ਰੇਮੀਆਂ ਵੱਲੋਂ ਫੁੱਲਾਂ ਦੇ ਨਾਲ ਸਜਾਵਟ ਕੀਤੀ ਜਾ ਰਹੀ ਹੈ ਜੀ। ਹੁਣ 4 ਵਜਣ 'ਚ ਥੋੜ੍ਹਾ ਸਮਾਂ ਅਜੇ ਰਹਿੰਦਾ ਹੈ। ਇਹ ਜੋ ਆਪ ਜੀ ਸਾਹਮਣੇ ਕਮਰੇ ਦੇ ਦਰਸ਼ਨ ਕਰ ਰਹੇ ਹੋ ਜੀ, ਇੱਥੇ ਪਾਲਕੀ ਸਾਹਿਬ ਮਹਾਰਾਜ ਜੀ ਦੀ ਸਵਾਰੀ ਤੋਂ ਬਾਅਦ ਸੁਸ਼ੋਭਿਤ ਕੀਤੇ ਜਾਂਦੇ ਹਨ ਜੀ। ਹੁਣ ਆਪ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲ ਲੈ ਕੇ ਚੱਲਦੇ ਹਾਂ ਜੀ, ਜਿੱਥੇ ਬਿਲਕੁਲ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਪਾਲਕੀ ਸਾਹਿਬ ਜੀ ਨੂੰ ਤਿਆਰ ਕੀਤਾ ਜਾਂਦਾ ਹੈ। ਬੜੇ ਸੋਹਣੇ ਤਰੀਕੇ ਦੇ ਨਾਲ ਫੁੱਲਾਂ ਦੇ ਨਾਲ ਸਜਾਇਆ ਜਾਂਦਾ ਹੈ ਜੀ। ਇਹ ਸਾਰੇ ਪ੍ਰੇਮੀਆਂ ਵੱਲੋਂ ਪਾਲਕੀ ਸਾਹਿਬ ਜੀ ਨੂੰ ਬੜੇ ਹੀ ਪਿਆਰ ਦਾ, ਬੜੇ ਹੀ ਸੋਹਣੇ ਤਰੀਕੇ ਨਾਲ ਸਜਾਇਆ ਜਾਂਦਾ ਹੈ ਜੀ। ਇਸ ਜਗ੍ਹਾ ਆਪ ਜੀ ਦੇਖ ਸਕਦੇ ਹੋ ਸੰਗਤ ਵੱਲੋਂ ਇਸ ਪਾਲਕੀ ਸਾਹਿਬ ਜੀ ਨੂੰ ਸਜਾਇਆ ਜਾ ਰਿਹਾ ਹੈ ਜੀ। ਹੁਣ ਆਪ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ ਦੀ ਜੋ ਮਰਿਆਦਾ ਹੈ ਉਸ ਦੇ ਬਾਰੇ ਪੂਰਾ ਵਿਸਥਾਰ ਦੇ ਨਾਲ ਦੱਸਦੇ ਹਾਂ ਜੀ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਤਕਰੀਬਨ 1 ਘੰਟਾ ਬਾਅਦ ਅਤੇ ਕਵਾੜ ਖੁੱਲ੍ਹਣ ਤੋਂ 2 ਘੰਟੇ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਲਕੀ ਸਾਹਿਬਾਨ ਕੋਠਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸ੍ਰੀ ਦਰਬਾਰ ਸਾਹਿਬ ਜੀ ਵੱਲ ਨੂੰ ਚੱਲਦੀ ਹੈ ਜੀ। ਹੁਣ ਆਪ ਜੀ ਅੱਗੇ ਵੀਡੀਓ ਦੇ ਵਿੱਚ ਇਤਿਹਾਸ ਜਾਣੋ ਜੀ। ਸਮੇਂ ਸਿਰ ਸ੍ਰੀ ਅਕਾਲ ਤਖਤ ਸਾਹਿਬ ਜੀ ਉੱਪਰ ਪਏ ਨਗਾਰੇ ਦੇ ਚੋਟ ਵੱਜਦੀ ਹੈ। ਗ੍ਰੰਥੀ ਸਿੰਘ ਕੋਠੇ ਸਾਹਿਬ ਜੀ ਦੇ ਅੰਦਰ ਚਲਾ ਜਾਂਦਾ ਹੈ। ਸਾਰੀ ਸੰਗਤ ਸਾਵਧਾਨ ਹੋ ਜਾਂਦੀ ਹੈ। ਪੁਰਾਤਨ ਸਮੇਂ ਵਿੱਚ ਕੁੰਜੀ ਬਰਦਾਰ ਤੇ ਅੱਜ ਕੱਲ੍ਹ ਫਰਾਂਸ ਦੀ ਨਿਗਰਾਨੀ ਵਿੱਚ ਪ੍ਰੇਮੀ ਸਿੰਘ ਸੁਨਹਿਰੀ ਪਾਲਕੀ ਸਜਾ ਰਹੇ ਹੁੰਦੇ ਹਨ। ਸਿੰਘ ਸਾਹਿਬ ਜੀ ਦੇ ਚੌਰ ਕਰਨ ਤੋਂ ਪਹਿਲਾਂ ਕੋਠਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਾਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਸਰੂਪ ਨੂੰ ਆਪ ਚੌਰ ਕਰ ਰਹੇ ਹੁੰਦੇ ਹਨ। ਜਦੋਂ ਸਿੰਘ ਸਾਹਿਬ ਜੀ ਕੋਠਾ ਸਾਹਿਬ ਜੀ ਦੇ ਅੰਦਰ ਦਾਖਲ ਹੁੰਦੇ ਹਨ ਤਾਂ ਉਹਨਾਂ ਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਫੁੱਲਾਂ ਦਾ ਹਾਰ ਪਾ ਕੇ ਉਸ ਤੋਂ ਬਾਅਦ ਚੌਰ ਦੀ ਸੇਵਾ ਸਿੰਘ ਸਾਹਿਬ ਜੀ ਨੂੰ ਦੇ ਦਿੱਤੀ ਜਾਂਦੀ ਹੈ ਜੀ। ਚੌਰ ਦੀ ਸੇਵਾ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕੋਠਾ ਸਾਹਿਬ ਅੰਦਰ ਬੜੇ ਹੀ ਪ੍ਰੇਮ ਅਤੇ ਸ਼ਰਧਾ ਨਾਲ ਸਿੰਘ ਸਾਹਿਬ ਜੀ ਪਲੰਗੇ ਦੀ ਪਰਿਕਰਮਾ ਕਰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਰੂਪ ਨੂੰ ਚੌਰ ਕਰਦੇ ਹਨ ਜੀ। ਉਤਨਾ ਟਾਈਮ ਸੰਗਤ ਹੇਠਾਂ ਖੜ੍ਹ ਕੇ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਵਾਰੀ ਦਾ ਵੇਟ ਕਰਦੀ ਹੈ। ਪਰਿਕਰਮਾ ਤੋਂ ਉਪਰੰਤ ਫਿਰ ਚੌਰ ਪਕੜਾ ਕੇ ਸਿੰਘ ਸਾਹਿਬ ਸੰਖੇਪ ਅਰਦਾਸ ਕਰਦੇ ਹਨ। ਉਪਰੰਤ ਚੌਰ ਪਲੰਘ 'ਤੇ ਰੱਖ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਾਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਰੂਪ ਨੂੰ ਸਿੰਘ ਸਾਹਿਬ ਜੀ ਦੇ ਸੀਸ ਉੱਪਰ ਰਖਵਾਉਂਦੇ ਹਨ ਅਤੇ ਚੌਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਚੌਰ ਬਰਦਾਰ ਨੂੰ ਪਕੜਾ ਦਿੰਦੇ ਹਨ। ਕੋਠਾ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੇਠ ਪਾਲਕੀ ਸਾਹਿਬ ਤੱਕ ਸਿੰਘ ਸਾਹਿਬ ਸੀਸ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਚੱਲਦੇ ਹਨ। ਸਿੰਘ ਸਾਹਿਬ ਜੀ ਦੇ ਅੱਗੇ 2 ਚੋਬਦਾਰ ਚਾਂਦੀ ਦੀਆਂ ਚੋਬਾਂ ਲੈ ਕੇ ਅੱਗੇ ਚੱਲਦੇ ਹਨ ਅਤੇ ਚੌਰ ਬਰਦਾਰ ਪਿੱਛੇ ਚੌਰ ਕਰਦੇ ਆਉਂਦੇ ਹਨ। ਕੋਠਾ ਸਾਹਿਬ ਵਿੱਚ ਚੌਰ ਕਰਨ, ਪਲੰਘ ਸਾਹਿਬ ਦੀਆਂ ਪਰਿਕਰਮਾ ਕਰਨ, ਅਰਦਾਸ ਅਤੇ ਕੋਠਾ ਸਾਹਿਬ ਤੋਂ ਹੇਠਾਂ ਪਾਲਕੀ ਤੱਕ ਅੱਪੜਨ ਵਿੱਚ 5 ਮਿੰਟ ਲੱਗ ਜਾਂਦੇ ਹਨ। 2 ਅੱਗੇ ਚੱਲਣ ਵਾਲੇ ਚੋਬਦਾਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਪਿੱਠ ਨਹੀਂ ਦਿਖਾਉਂਦੇ। ਉਹ ਪਿਛਲੇ ਪੈਰੀਂ ਚੱਲ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਪੌੜੀਆਂ ਉਤਰਦੇ ਹਨ। ਤਾਂ ਜਿੰਨਾ ਚਿਰ ਤੱਕ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਹੇਠਾਂ ਉਤਰ ਨਹੀਂ ਜਾਂਦੇ ਤਾਂ ਜਿੰਨਾ ਚਿਰ ਸਰੂਪ ਮਹਾਰਾਜ ਜੀ ਦਾ ਪਾਲਕੀ ਸਾਹਿਬ ਜੀ ਵਿੱਚ
ਸ਼ੁਭਾਇਮਾਨ ਨਹੀਂ ਹੋ ਜਾਂਦਾ, ਉਹ ਪੁੱਠੇ ਪੈਰੀਂ ਚੱਲ ਕੇ ਹੀ ਮਹਾਰਾਜ ਜੀ ਦੇ ਅੱਗੇ ਅੱਗੇ ਚਾਂਦੀ ਦੀਆਂ ਚੋਭਾਂ ਲੈ ਕੇ ਚੱਲਦੇ ਹਨ ਜੀ। ਜਿਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਸਿੰਘ ਸਾਹਿਬ ਜੀ ਹੇਠਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਪੌੜੀਆਂ ਉਤਰ ਰਹੇ ਹੁੰਦੇ ਹਨ, ਤਾਂ ਜੋ ਲੰਮੇ ਸਮੇਂ ਤੋਂ ਸਵੇਰ ਤੋਂ ਅੰਮ੍ਰਿਤ ਵੇਲੇ ਤੋਂ ਜੋ ਸੰਗਤ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਵਿਆਕੁਲ ਹੋ ਰਹੀ ਸੀ, ਉਹ ਸੰਗਤ ਫੁੱਲਾਂ ਦੀ, ਗੁਲਾਬ ਦੇ ਫੁੱਲਾਂ ਦੀ, ਸੁੱਚੇ ਫੁੱਲਾਂ ਦੀ ਵਰਖਾ ਕਰਦੀ ਹੋਈ ਅਕਾਲ ਤਖਤ ਸਾਹਿਬ ਜੀ ਤੋਂ ਹੇਠਾਂ ਉਤਰ ਰਹੇ ਸਿੰਘ ਸਾਹਿਬ ਤੇ ਸੰਗਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉੱਪਰ ਫੁੱਲਾਂ ਦੀ ਵਰਖਾ ਮੀਂਹ ਵਾਂਗ ਕਰਦੀ ਹੈ ਜੀ। ਉਸ ਤੋਂ ਬਾਅਦ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਪਾਲਕੀ ਵਿੱਚ ਸ਼ੁਭਾਇਮਾਨ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਸੰਗਤ ਬੜੇ ਪਿਆਰ ਸਤਿਕਾਰ ਨਾਲ ਪਾਲਕੀ ਸਾਹਿਬ ਜੀ ਨੂੰ ਮੋਢਾ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਦਰਬਾਰ ਸਾਹਿਬ ਜੀ ਅੰਦਰ ਵਿਖੇ ਲੈ ਕੇ ਚੱਲਦੀ ਹੈ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਪਾਲਕੀ ਸਾਹਿਬ ਵਿੱਚ ਸ਼ੁਭਾਇਮਾਨ ਕਰਨ ਤੋਂ ਬਾਅਦ ਸਾਰੀ ਸੰਗਤ ਜੋ ਕਿ ਉਸ ਗਲਿਆਰੇ ਦੇ ਅੰਦਰ ਅੰਦਰ ਹੁੰਦੀ ਹੈ ਜੀ, ਉਹਨਾਂ ਨੂੰ ਸਭ ਨੂੰ ਮੌਕਾ ਮਿਲਦਾ ਹੈ। ਬਾਕੀ ਗਲਿਆਰੇ ਤੋਂ ਸੰਗਤ ਜੀ ਨੂੰ ਡਿਵਾਈਡ ਕੀਤਾ ਜਾਂਦਾ ਹੈ ਤਾਂ ਕਿ ਬਹੁਤ ਜ਼ਿਆਦਾ ਸੰਗਤ ਹੋਣ ਕਰਕੇ ਕੋਈ ਕਿਸੇ ਤਰੀਕੇ ਦੀ ਅਣਹੋਣੀ ਘਟਨਾ ਨਾ ਵਾਪਰੇ, ਤਾਂ ਸੰਗਤ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਜੋ ਰੇਲਿੰਗ ਲਾਈ ਗਈ ਹੈ, ਉਸ ਤੋਂ ਅੱਧੀ ਸੰਗਤ ਜੋ ਅੰਮ੍ਰਿਤ ਵੇਲੇ ਤੋਂ ਜੋ ਪਾਲਕੀ ਸਾਹਿਬ ਜੀ ਦੇ ਨਾਲ ਸੀ, ਉਹ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਲਕੀ ਦੇ ਨਾਲ ਨਾਲ ਦਰਸ਼ਨ ਜੋੜੀ ਤੋਂ ਬਾਅਦ ਪੁਲ 'ਤੇ ਐਂਟਰ ਕਰਦੀ ਹੈ ਜੀ। ਸਾਰੀ ਸੰਗਤ ਪਾਲਕੀ ਸਾਹਿਬ ਦੇ ਨਾਲ ਨਾਲ ਸਹਿਜੇ ਸਹਿਜੇ ਚੱਲਦੀ ਜੋਟੀਆਂ ਵਿੱਚ ਗੁਰਬਾਣੀ ਦੇ ਸ਼ਬਦ ਪੜ੍ਹਦੀ ਹੈ, ਜਿਨ੍ਹਾਂ ਵਿੱਚ ਅਕਾਲ ਪੁਰਖ ਦੇ ਸਤਿਗੁਰ ਦੀ ਮਹਿਮਾ, ਬੇਨਤੀਆਂ ਤੇ ਗੁਰਦਰਸ਼ਨਾਂ ਦੇ ਸਿੱਖ ਦੇ ਸ਼ਬਦ ਹੁੰਦੇ ਹਨ। ਬੜੇ ਪ੍ਰੇਮ, ਸ਼ਰਧਾ ਤੇ ਮਸਤੀ ਦੀ ਗਾਇਨ ਕਰਦੀ ਸੰਗਤ ਚੱਲਦੀ ਹੈ। ਪ੍ਰੇਮੀ ਵਾਰੀ-ਵਾਰੀ ਅੱਗੇ ਤੇ ਪਿੱਛੇ ਪਾਲਕੀ ਹੇਠ ਮੋਢਾ ਦੇ ਕੇ ਆਪਣੇ ਆਪ ਨੂੰ ਵਡਭਾਗੀ ਸਮਝਦੇ ਹਨ। ਦਰਸ਼ਨ ਜੋੜੀ ਤੱਕ ਪਾਲਕੀ ਚੱਲਦੀ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਜੀ ਉੱਪਰ ਨਗਾਰਾ ਵੱਜਦਾ ਰਹਿੰਦਾ ਹੈ। ਜਦ ਪਾਲਕੀ ਦਰਸ਼ਨੀ ਡਿਓੜੀ ਅੰਦਰ ਦਾਖਲ ਹੁੰਦੀ ਹੈ ਤਾਂ ਨਗਾਰਾ ਬੰਦ ਹੋ ਜਾਂਦਾ ਹੈ। ਜਿੰਨਾ ਚਿਰ ਪਾਲਕੀ ਸਾਹਿਬਾਨ ਦਰਸ਼ਨੀ ਡਿਓੜੀ ਤੋਂ ਪਾਰ ਨਹੀਂ ਕਰ ਜਾਂਦੀ, ਉਤਨਾ ਚਿਰ ਤੱਕ ਸੰਗਤ ਨੂੰ ਰੋਕ ਕੇ ਬਾਹਰ ਰੱਖਿਆ ਜਾਂਦਾ ਹੈ। ਸੰਗਤ ਇਸ ਰੇਲਿੰਗ ਤੋਂ ਬਾਹਰੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਸਰੂਪ ਨੂੰ ਨਮਸਕਾਰ ਕਰ ਸਕਦੀ ਹੈ ਜੀ, ਸੀਸ ਨਿਵਾ ਸਕਦੀ ਹੈ। ਜਿਤਨਾ ਚਿਰ ਪੁਲ ਤੱਕ ਪਾਲਕੀ ਸਾਹਿਬਾਨ ਅੰਦਰ ਐਂਟਰ ਨਹੀਂ ਕਰ ਜਾਂਦੀ, ਉਦੋਂ ਤੱਕ ਸੰਗਤ ਨੂੰ ਇੱਕ ਵਾਂਸ ਦੀ ਮਦਦ ਦੇ ਨਾਲ ਰੋਕਿਆ ਜਾਂਦਾ ਹੈ। ਹਾਂਜੀ ਵਾਹਿਗੁਰੂ ਜੀ, ਹੁਣ ਆਪ ਜੀ ਨੇ ਪਾਲਕੀ ਸਾਹਿਬ ਜੀ ਦੇ ਦਰਸ਼ਨ ਕੀਤੇ ਆ। ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਿੰਘ ਸਾਹਿਬ ਪਾਲਕੀ ਸਾਹਿਬ ਨੂੰ ਬੜੇ ਹੀ ਸ਼ਰਧਾ ਦੇ ਨਾਲ ਪੌੜੀਆਂ ਉਤਾਰ ਕੇ ਪਾਲਕੀ ਸਾਹਿਬ ਜੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਰੱਖਦੇ ਹਨ। ਉਸ ਤੋਂ ਬਾਅਦ ਸੰਗਤ ਬੜੇ ਹੀ ਪ੍ਰੇਮ ਦੇ ਨਾਲ ਮੋਢਾ ਲਾ ਕੇ ਪਾਲਕੀ ਸਾਹਿਬ ਜੀ ਨੂੰ ਦਰਸ਼ਨ ਜੋੜੀ ਤੋਂ ਐਂਟਰ ਕਰਦੇ ਹਨ। ਦਰਸ਼ਨ ਜੋੜੀ ਐਂਟਰ ਕਰਨ ਤੋਂ ਬਾਅਦ ਜੋ ਹੈ ਨਗਾਰਾ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਚੱਲ ਰਿਹਾ ਹੁੰਦਾ ਹੈ, ਉਹ ਬੰਦ ਹੋ ਜਾਂਦਾ ਹੈ। ਉਸ ਤੋਂ ਬਾਅਦ ਪਾਲਕੀ ਸਾਹਿਬ ਨੂੰ ਸੰਗਤਾਂ ਮੋਢਾ ਦੇ ਕੇ ਪੁਲ ਦੇ ਉੱਪਰ ਦੀ ਜਾਂਦੀਆਂ ਹੋਈਆਂ ਬਿਲਕੁਲ ਸ੍ਰੀ ਦਰਬਾਰ ਸਾਹਿਬ ਜੀ ਦੇ ਗੇਟ ਅੱਗੇ ਜਾ ਕੇ ਪਾਲਕੀ ਸਾਹਿਬ ਰੋਕ ਕੇ ਤਾਂ ਜਿਹੜੇ ਬਾਕੀ ਸਿੰਘ ਹਨ ਤੇ ਉਹ ਬੜੇ ਹੀ ਸੋਹਣੇ ਤਰੀਕੇ ਦੇ ਨਾਲ, ਜਿਸ ਤਰ੍ਹਾਂ ਮਹਾਰਾਜ ਜੀ ਦਾ ਸਰੂਪ ਸਿੰਘ ਸਾਹਿਬ ਜੀ ਦੇ ਸਿਰ ਤੇ ਰਖਵਾਉਂਦੇ ਹਨ, ਉਸੇ ਤਰ੍ਹਾਂ ਬੜੇ ਸੋਹਣੇ ਤਰੀਕੇ ਦੇ ਨਾਲ ਸਿੰਘ ਸਾਹਿਬ ਜੀ ਦੇ ਸਿਰ ਤੇ ਉੱਤੇ ਸਰੂਪ ਉੱਥੋਂ ਚੁੱਕ ਕੇ ਪਾਲਕੀ ਦੇ ਵਿੱਚੋਂ ਸਿਰ ਤੇ ਰਖਵਾਉਂਦੇ ਹਨ। ਤਾਂ ਸਿੰਘ ਸਾਹਿਬ ਜੀ ਦੇ ਚੌਰ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤਾਂ ਅੰਦਰ ਲੈ ਕੇ ਚੱਲਦੇ ਹਨ ਜੀ। ਇਸ ਤੋਂ ਬਾਅਦ ਪੱਟਾਂ ਦੇ ਸਵਈਏ ਚੱਲ ਰਹੇ ਹੁੰਦੇ ਹਨ ਜੀ। ਪੱਟ ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸਿਫਤ ਦੇ ਵਿੱਚ ਜੋ ਪੱਟਾਂ ਦੇ ਸਵਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹਨ, ਉਹ ਬੜੇ ਸੋਹਣੇ ਤਰੀਕੇ ਨਾਲ ਵੱਖ-ਵੱਖ ਪੱਟਾਂ ਦੇ ਸਵਈਏ ਗਾ ਕੇ ਸੰਗਤ ਨੂੰ ਨਿਹਾਲ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਸ੍ਰੀ ਹੁਕਮਨਾਮਾ ਸਾਹਿਬ ਜੀ ਲਿਆ ਜਾਂਦਾ ਹੈ। ਫਿਰ ਜਿਤਨਾ ਚਿਰ ਸ੍ਰੀ ਹੁਕਮਨਾਮਾ ਸਾਹਿਬ ਜੀ ਲਿਆ ਜਾਂਦਾ ਹੈ, ਸੰਗਤ ਬੜੇ ਹੀ ਪਿਆਰ ਦੇ ਨਾਲ ਪੁਲ ਦੇ ਉੱਪਰ ਜਿਹੜੀ ਸੰਗਤ ਦਰਸ਼ਨ ਕਰਨ ਲਈ ਜਾ ਰਹੀ ਹੁੰਦੀ ਹੈ, ਉਹ ਸਾਰੀ ਉਸ ਜਗ੍ਹਾ ਉੱਪਰ ਬੈਠ ਕੇ ਤਾਂ ਹੁਕਮਨਾਮਾ ਸਾਹਿਬ ਸਰਵਣ ਕਰਦੀ ਹੈ। ਉਸ ਤੋਂ ਬਾਅਦ ਫਿਰ ਆਸਾ ਜੀ ਦੀ ਵਾਰ ਦਾ ਕੀਰਤਨ ਦੁਬਾਰਾ ਆਰੰਭ ਹੋ ਜਾਂਦਾ ਹੈ ਜੀ। ਉਸ ਤੋਂ ਬਾਅਦ ਅਰਦਾਸ ਤੋਂ ਬਾਅਦ ਪ੍ਰਸ਼ਾਦ ਵਰਤਾਇਆ ਜਾਂਦਾ ਹੈ। ਪ੍ਰਕਾਸ਼ ਦੀ ਸੇਵਾ ਆਪ ਜੀ ਨੇ ਸਾਰੀ ਸੰਗਤ ਨੇ ਦੇਖ ਲਈ ਹੈ ਜੀ। ਇਸ ਤੋਂ ਬਾਅਦ ਵੀਡੀਓ ਦੇ ਨਾਲ ਜੁੜੇ ਰਹੋ, ਐਂਡ ਤੱਕ ਜਰੂਰ ਵੀਡੀਓ ਨੂੰ ਦੇਖਿਓ ਤਾਂ ਕਿ ਜਿਹੜੀ ਸੰਗਤ ਨੇ ਅਜੇ ਤੱਕ ਸੁੱਖ ਆਸਣ ਦੀ ਸੇਵਾ ਤਾਂ ਪ੍ਰਕਾਸ਼ ਦੀ ਸੇਵਾ ਹੁੰਦੀ ਨਹੀਂ ਦੇਖੀ ਸੀ, ਉਹ ਇਸ ਵੀਡੀਓ ਦੇ ਰਾਹੀਂ ਸਰਵਣ ਕਰ ਸਕਦੇ ਹਨ ਜੀ। ਆਪ ਆਪਣੀ ਅੱਖਾਂ ਦੇ ਨਾਲ ਦੇਖ ਸਕਦੇ ਹਨ ਜੀ। ਸੋ ਕਿਰਪਾ ਕਰਕੇ ਵੀਡੀਓ ਦੇ ਨਾਲ ਅੰਤ ਤੱਕ ਬਣੇ ਰਹੋ ਜੀ।
ਸਮਾਪਤੀ ਦੇ ਮਹਾਂਵਾਕ ਲੈਣ ਤੋਂ ਕੁਝ ਸਮਾਂ ਪਹਿਲਾਂ ਫਰਾਂਸ ਦੇ ਇੱਕ ਸਿਆਣਾ ਸੇਵਾਦਾਰ ਪ੍ਰਕਾਸ਼ ਕਰਨ ਸਮੇਂ ਵਾਂਗ ਦੋਹੀਂ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਜੀ ਸਾਹਿਬ ਤੋਂ ਥੋੜ੍ਹਾ ਅਗੇਰੇ ਹੋ ਕੇ ਬੈਠਦੇ ਹਨ। ਚੌਂਕੜੀਆਂ ਮਾਰ ਕੇ ਆਪੋ ਆਪਣੇ ਗੋਡਿਆਂ ਉੱਪਰ ਪਰਨੇ ਲੈ ਲੈਂਦੇ ਹਨ। ਫਿਰ ਗ੍ਰੰਥੀ ਸਾਹਿਬ ਦੀ ਮਦਦ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰੋਂ ਇੱਕ ਇੱਕ ਕਰਕੇ ਸਹਿਜੇ ਨਾਲ ਰੁਮਾਲਾ ਸਾਹਿਬ ਉਤਾਰ ਕੇ ਤਹਿ ਮਾਰ ਕੇ ਰੁਮਾਲਿਆਂ ਵਾਲੀ ਪੇਟੀ ਵਿੱਚ ਰੱਖ ਦਿੰਦੇ ਹਨ। ਕੀਰਤਨ ਬੰਦ ਹੋ ਜਾਂਦਾ ਹੈ। ਗ੍ਰੰਥੀ ਸਿੰਘ ਸੋਕੋ ਟਲ ਗੁਰ ਸੇਵੀਏ ਅਤੇ ਉਹ ਪ੍ਰਕਾਸ਼ ਤੋਂ ਪਹਿਲਾਂ ਪੜ੍ਹੇ ਜਾਂਦੇ ਤਿੰਨੇ ਸਲੋਕ ਪੜ੍ਹਦਾ ਹੈ ਅਤੇ ਨਾਲ ਨਾਲ ਸੰਗਤ ਵੀ ਪੜ੍ਹਦੀ ਹੈ। ਉਪਰੰਤ ਗ੍ਰੰਥੀ ਸਿੰਘ ਮਹਾਂਵਾਕ ਸਰਵਣ ਕਰਵਾਉਂਦੇ ਹਨ ਅਤੇ ਬਾਅਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਰੂਪ ਸੁੱਖ ਆਸਣ ਕਰਾਉਂਦਾ ਹੈ, ਜਿਸ ਵਿੱਚ ਫਰਾਂਸ ਦੇ ਸੇਵਾਦਾਰ ਪਾਸਿਓਂ ਰੁਮਾਲੇ ਫੜਨ ਦੀ ਮਦਦ ਕਰਦੇ ਹਨ। ਸੁੱਖ ਆਸਣ ਕਰਦੇ ਸਮੇਂ ਸੋਹਲੇ ਦਾ ਪਾਠ ਗ੍ਰੰਥੀ ਸਿੰਘ ਸਾਹਿਬਾ ਕਰਦੇ ਹਨ। ਸੋਹਲੇ ਤੋਂ ਸਲੋਕ ਤਾਤੀ ਵਾਵਨ ਲੱਗਈ ਸ਼ਬਦ ਦਾ ਪਾਠ ਕੀਤਾ ਜਾਂਦਾ ਹੈ। ਸੋਹਲੇ ਦਾ ਪਾਠ ਪੂਰਾ ਹੋਣ ਉਪਰੰਤ ਰਾਗੀ ਸਿੰਘ ਪੌੜੀ ਲਾਉਂਦੇ ਹਨ। ਉਪਰੰਤ ਸਮਾਪਤੀ ਦੇ ਸਵਾਰੀ ਦੇ ਚੱਲਣ ਦਾ 6ਵਾਂ ਅਰਦਾਸਾ ਕੀਤਾ ਜਾਂਦਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਕੋਠੇ ਸਾਹਿਬ ਵੱਲ ਨੂੰ ਚੱਲ ਪੈਂਦੀ ਹੈ। ਜਿਸ ਤਰ੍ਹਾਂ ਸੁਬਹ ਸੁਨਹਿਰੀ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਸਜਾ ਕੇ ਸੰਗਤਾਂ ਸ਼ਬਦ ਪੜ੍ਹਦੀਆਂ ਸ੍ਰੀ ਹਰਿਮੰਦਰ ਸਾਹਿਬ ਵੱਲ ਨੂੰ ਆਉਂਦੀਆਂ ਹਨ, ਉਵੇਂ ਹੀ ਰਾਤ ਨੂੰ ਸਵਾਰੀ ਕੋਠਾ ਸਾਹਿਬ ਪਹੁੰਚਦੀਆਂ ਹਨ। ਦਰਸ਼ਨੀ ਡਿਓੜੀ ਤੋਂ ਸਵਾਰੀ ਬਾਹਰ ਆ ਜਾਣ ਸ੍ਰੀ ਅਕਾਲ ਤਖਤ ਸਾਹਿਬ ਜੀ ਉੱਪਰ ਨਗਾਰਾ ਵੱਜਣਾ ਸ਼ੁਰੂ ਹੋ ਜਾਂਦਾ ਹੈ। ਦਰਸ਼ਨੀ ਡਿਓੜੀ ਤੋਂ ਬਾਹਰ ਆਉਂਦਿਆਂ ਹੀ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਨਗਾਰਾ ਵੱਜਣਾ ਸ਼ੁਰੂ ਹੋ ਜਾਂਦਾ ਹੈ। ਜਿਉਂ ਸਵਾਰੀ ਦੇ ਕੋਠਾ ਸਾਹਿਬ ਪੁੱਜਣ ਤੱਕ ਵੱਜਦਾ ਹੀ ਰਹਿੰਦਾ ਹੈ। ਗ੍ਰੰਥੀ ਸਿੰਘ ਪਾਲਕੀ ਸਾਹਿਬ ਜੀ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਆਪਣੇ ਸੀਸ ਉੱਪਰ ਕੋਠਾ ਸਾਹਿਬ ਲੈ ਕੇ ਪਹੁੰਚਦੇ ਹਨ ਜੀ। ਸੰਗਤਾਂ ਬੜੇ ਹੀ ਪਿਆਰ ਅਤੇ ਸ਼ਰਧਾ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਸੀਸ ਨਿਵਾਉਂਦੀਆਂ ਹਨ। ਤਾਂ ਪ੍ਰੇਮੀ ਸੱਜਣ ਨਾਲ ਨਾਲ ਸੰਗਤਾਂ ਦੇ ਨਾਲ ਪਿੱਛੇ ਪਿੱਛੇ ਜਾਪ ਕਰਦੇ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲ ਨੂੰ ਆਉਂਦੇ ਹਨ ਜੀ। ਅੱਗੇ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸੰਗਤ ਖੜੀ ਹੁੰਦੀ ਹੈ ਜੀ, ਜੋ ਕਿ ਜਦੋਂ ਵੀ ਮਹਾਰਾਜ ਜੀ ਦਾ ਸਰੂਪ ਸ੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਪੌੜੀਆਂ ਚੜ੍ਹ ਰਹੇ ਹੁੰਦੇ ਹਨ, ਬੜੇ ਹੀ ਸ਼ਰਧਾ ਅਤੇ ਪ੍ਰੇਮ ਨਾਲ ਮਹਾਰਾਜ ਜੀ ਦੀ ਉਡੀਕ ਵਿੱਚ ਖੜੇ ਹੁੰਦੇ ਹਨ। ਜਦੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਉੱਪਰ ਗ੍ਰੰਥੀ ਸਿੰਘ ਸਾਹਿਬਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਲਿਆਂਦਾ ਜਾਂਦਾ ਹੈ, ਬੜੇ ਹੀ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਮਹਾਰਾਜ ਜੀ ਨੂੰ ਸੀਸ ਝੁਕਾਇਆ ਜਾਂਦਾ ਹੈ। ਉਸ ਤੋਂ ਬਾਅਦ ਗ੍ਰੰਥੀ ਸਿੰਘ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਕੋਠਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਅੰਦਰ ਲੈ ਕੇ ਪਹੁੰਚਦੇ ਹਨ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਲੰਘ 'ਤੇ ਸਜਾ ਕੇ ਸੰਖੇਪ ਜਿਹੀ ਅਰਦਾਸ ਕਰਕੇ ਮੱਥਾ ਟੇਕ ਕੇ ਗ੍ਰੰਥੀ ਸਿੰਘ ਸਾਹਿਬ ਕੋਠਾ ਸਾਹਿਬ ਜੀ ਤੋਂ ਬਾਹਰ ਆ ਜਾਂਦੇ ਹਨ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੁੱਖ ਆਸਣ ਦੀ ਸੇਵਾ ਤੋਂ ਉਪਰੰਤ
ਪਾਲਕੀ ਸਾਹਿਬ ਜੀ ਨੂੰ ਬੜੇ ਹੀ ਪ੍ਰੇਮ ਦੇ ਨਾਲ ਉੱਪਰ ਵਾਲਾ ਹਿੱਸਾ ਜੋ ਅਲੱਗ ਕਰਕੇ ਤਾਂ ਜਿੰਨੇ ਵੀ ਫੁੱਲ ਸਜਾਏ ਹੁੰਦੇ ਹਨ ਜੀ ਬੜੇ ਤਰੀਕੇ ਦੇ ਨਾਲ ਉਹਨਾਂ ਤੋਂ ਉਤਾਰ ਲਿਆ ਜਾਂਦਾ ਹੈ। ਉਸ ਤੋਂ ਬਾਅਦ ਪਾਲਕੀ ਸਾਹਿਬ ਜੀ ਨੂੰ ਸਾਹਮਣੇ ਕਮਰੇ ਵਿੱਚ ਰੱਖ ਦਿੱਤਾ ਜਾਂਦਾ ਹੈ ਤਾਂ ਸਵੇਰ ਤੋਂ ਫਿਰ ਉਹੀ ਰੂਟੀਨ ਦੇ ਤਹਿਤ ਪਾਲਕੀ ਸਾਹਿਬ ਜੀ ਨੂੰ ਸਜਾਇਆ ਜਾਂਦਾ ਹੈ ਜੀ। ਸੋ ਅੰਤ ਵਿੱਚ ਫਤਿਹ ਬੁਲਾਉਂਦੇ ਹਾਂ ਜੀ। ਆਪ ਜੀ ਨੂੰ ਇੱਕ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜੀ ਕਿ ਵੀਡੀਓ ਵਧੀਆ ਲੱਗੀ ਹੋਵੇ ਤਾਂ ਜ਼ਰੂਰ ਸ਼ੇਅਰ ਕਰ ਦਿਓ ਜੀ ਹਰ ਇੱਕ ਗਰੁੱਪ ਦੇ ਵਿੱਚ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।